ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ CDP ਦੀ ਇੱਕ ਨਵੀਂ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ CDP ਦੇ ਨਾਲ ਰਿਲੇਟਡ ਵਨ ਲਾਈਨਰ ਡਿਸਕਸ ਕਰਾਂਗੇ, ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੀਆਂ CDP ਵਨ ਲਾਈਨਰ ਦੀਆਂ ਕਈ ਕਲਾਸਿਸ ਆਲਰੇਡੀ ਅਪਲੋਡ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਆਪਾਂ ਬਹੁਤ ਇੰਪੋਰਟੈਂਟ ਵਨ ਲਾਈਨਰ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੋਲਿਟੀ, ਮੀਡੀਵਲ ਹਿਸਟਰੀ, ਮਾਡਰਨ ਹਿਸਟਰੀ, ਜੋਗਰਾਫੀ, ਪੰਜਾਬ GK ਅਤੇ CDP ਇਹਨਾਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ CDP ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਵਨ ਲਾਈਨਰ ਨੇ ਉਹ ਡਿਸਕਸ ਕਰਾਂਗੇ। ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਵਨ ਲਾਈਨਰ ਤੁਹਾਨੂੰ ਕੁਐਸਚਨ ਦੀ ਫਾਰਮ ਦੇ ਵਿੱਚ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਤਾਂ ਸਟਾਰਟ ਕਰਦੇ ਹਾਂ ਆਪਣਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਤੋਂ। ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈ, ਨੇਚਰ ਆਫ ਚਿਲਡਰਨ। ਠੀਕ ਹੈ ਜੀ, ਬੱਚਿਆਂ ਦਾ ਵਿਵਹਾਰ। ਕਹਿੰਦੇ ਬੱਚਿਆਂ ਦਾ ਵਿਵਹਾਰ ਕਿਹੋ ਜਿਹਾ ਹੁੰਦਾ। ਤਾਂ ਨੇਚਰ ਆਫ ਚਿਲਡਰਨ ਆਪਾਂ ਜਾਣਦੇ ਹਾਂ ਕਿ ਬੱਚਿਆਂ ਦਾ ਵਿਵਹਾਰ ਜਿਹੜਾ ਹੁੰਦਾ ਉਹ ਇਮੀਟੇਟਿਵ ਹੁੰਦਾ। ਠੀਕ ਹੈ ਜੀ, ਨਕਲ ਵਾਲਾ ਹੁੰਦਾ। ਤਾਂ ਇਹ ਸ਼ਬਦ ਤੁਸੀਂ ਯਾਦ ਰੱਖਣਾ, ਇਮੀਟੇਟਿਵ। ਇੱਥੇ ਮਤਲਬ ਕਨਫਿਊਜ਼ ਨਾ ਹੋਇਓ। ਤਾਂ ਜਿਹੜਾ ਬੱਚਿਆਂ ਦਾ ਵਿਵਹਾਰ ਹੁੰਦਾ ਉਹ ਇਮੀਟੇਟਿਵ ਹੁੰਦਾ, ਨਕਲ ਵਾਲਾ ਹੁੰਦਾ। ਇਹ ਤੁਸੀਂ ਯਾਦ ਰੱਖਣਾ। ਤਾਂ ਇਹ ਆਪਾਂ ਨੂੰ ਪੁੱਛਿਆ ਜਾ ਸਕਦਾ, ਕਈ ਵਾਰ ਪੁੱਛਿਆ ਗਿਆ ਇਹ PSTET ਦੇ ਵਿੱਚ। ਠੀਕ ਹੈ ਜੀ, ਜਿੰਨੇ ਵੀ ਤੁਹਾਡੇ ਇੰਪੋਰਟੈਂਟ ਫੈਕਟ ਨੇ ਉਹ ਆਪਾਂ ਇੱਕ ਇੱਕ ਫੈਕਟ ਤੁਹਾਡਾ ਕਲੀਅਰ ਕਰਵਾਉਣਾ। ਠੀਕ ਹੈ ਜੀ, ਇਸ ਤੋਂ ਪਹਿਲਾਂ ਵੀ ਆਪਣੇ ਜਿੰਨੇ ਸੈਸ਼ਨ ਅਪਲੋਡ ਹੋਏ ਨੇ ਉਹ ਸਾਰੇ ਜ਼ਰੂਰ ਦੇਖਿਓ। ਅਤੇ ਜਿਹੜੇ ਆਪਣੇ PSTET ਦਾ ਪੇਪਰ ਜਿਹੜਾ ਆਪਣਾ ਕੈਂਸਲ ਹੋਇਆ, ਉਸ ਤੋਂ ਪਹਿਲਾਂ ਵੀ ਆਪਣੀ ਇੱਕ ਸੀਰੀਜ਼ ਲਾਂਚ ਹੋਈ ਹੈ, ਜਿਹਦੇ ਵਿੱਚ ਆਪਾਂ ਕੁਐਸਚਨ ਆਨਸਰ ਦੀ ਫਾਰਮ ਦੇ ਵਿੱਚ CDP ਸਾਰੀ ਕਵਰ ਕੀਤੀ ਹੈ, ਉਹ ਵੀ ਤੁਸੀਂ ਜ਼ਰੂਰ ਦੇਖਿਓ। ਠੀਕ ਹੈ ਜੀ, ਦੂਸਰਾ ਜਿਹੜਾ ਆਪਣਾ ਪੁਆਇੰਟ ਹੈ, ਏਜ ਆਫ ਐਨਗਜ਼ਾਈਟੀ ਐਂਡ ਸਟੋਰਮ। ਚਿੰਤਾ ਅਤੇ ਤੂਫਾਨ ਦੀ ਉਮਰ। ਇਹ ਕਿਹੜੀ ਉਮਰ ਹੁੰਦੀ ਹੈ, ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਚਿੰਤਾ ਅਤੇ ਤੂਫਾਨ ਦੀ ਉਮਰ ਕਿਹੜੀ ਹੁੰਦੀ ਹੈ, ਇਹ ਤੁਹਾਨੂੰ ਪੁੱਛਿਆ ਜਾਊਗਾ। ਠੀਕ ਹੈ ਜੀ, ਅਡੋਲੇਸੈਂਸ ਹੁੰਦੀ ਹੈ। ਅਡੋਲੇਸੈਂਸ ਨੂੰ ਚਿੰਤਾ ਅਤੇ ਤੂਫਾਨ ਦੀ ਉਮਰ ਕਿਹਾ ਜਾਂਦਾ। ਇਹ ਕਿਉਂ ਕਿਹਾ ਜਾਂਦਾ? ਕਿਉਂਕਿ ਇਹ ਇੱਕ ਟ੍ਰਾਂਜ਼ੀਸ਼ਨਲ ਪੀਰੀਅਡ ਹੁੰਦਾ। ਠੀਕ ਹੈ ਜੀ, ਇਹ ਆਪਣੀ ਇੱਕ ਏਜ ਤੋਂ ਆਪਾਂ ਇੱਕ ਦੂਸਰੀ ਏਜ ਦੇ ਵਿੱਚ ਜਾਣਾ ਹੁੰਦਾ। ਠੀਕ ਹੈ ਜੀ, ਟ੍ਰਾਂਜ਼ੀਸ਼ਨਲ ਪੀਰੀਅਡ ਇਹਨੂੰ ਕਿਹਾ ਜਾਂਦਾ। ਤਾਂ ਇੱਥੋਂ ਆਪਾਂ ਵਿਗੜ ਵੀ ਸਕਦੇ ਹਾਂ ਅਤੇ ਸੁਧਰ ਵੀ ਸਕਦੇ ਹਾਂ। ਤਾਂ ਇੱਕ ਚਿੰਤਾ ਅਤੇ ਤੂਫਾਨ ਦੀ ਉਮਰ ਇਹਨੂੰ ਤਾਂ ਕਰਕੇ ਕਿਹਾ ਜਾਂਦਾ। ਤਾਂ 18-19 ਸਾਲ ਦੀ ਜਿਹੜੀ ਆਪਣੀ ਏਜ ਹੁੰਦੀ ਹੈ, 18 ਤੋਂ 19 ਸਾਲ ਦੀ ਜਿਹੜੀ ਆਪਣੀ ਏਜ ਹੁੰਦੀ ਹੈ, ਇਹਨੂੰ ਅਡੋਲੇਸੈਂਸ ਦੀ ਏਜ ਕਿਹਾ ਜਾਂਦਾ। ਠੀਕ ਹੈ ਜੀ, ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਇਹ ਚਿੰਤਾ ਅਤੇ ਤੂਫਾਨ ਦੀ ਉਮਰ ਹੈ। ਇਹ ਮਤਲਬ ਤੁਹਾਨੂੰ ਜਿਹੜਾ ਐਗਜ਼ਾਮੀਨਰ ਹੈ ਉਹ ਸ਼ਬਦਾਂ ਨੂੰ ਥੋੜ੍ਹਾ ਜਿਹਾ ਚੇਂਜ ਕਰਕੇ ਵੀ ਪਾ ਸਕਦਾ। ਠੀਕ ਹੈ ਜੀ, ਤਾਂ ਟ੍ਰਾਂਜ਼ੀਸ਼ਨਲ ਪੀਰੀਅਡ ਵੀ ਪਾ ਸਕਦਾ ਇਹ। ਠੀਕ ਹੈ, ਤਾਂ ਕੁਛ ਵੀ ਤੁਹਾਨੂੰ ਇਹ ਇੱਥੇ ਸ਼ਬਦਾਂ ਦੀ ਹੇਰ ਫੇਰ ਤੁਹਾਡੀ ਕਰ ਸਕਦਾ, ਇਹ ਤੁਸੀਂ ਯਾਦ ਰੱਖਣਾ। ਤਾਂ ਅਡੋਲੇਸੈਂਸ ਉਹ ਏਜ ਹੈ। ਅਗਲਾ ਜਿਹੜਾ ਪੁਆਇੰਟ ਹੈ, ਟੋਏ ਏਜ, ਖਿਡੌਣਾ ਏਜ ਕਿਹੜੀ ਉਮਰ ਹੁੰਦੀ ਹੈ? ਇਹ ਹੁੰਦੀ ਹੈ ਅਰਲੀ ਚਾਈਲਡਹੁੱਡ। ਠੀਕ ਹੈ ਜੀ, ਪੂਰਵ ਬਾਲ ਅਵਸਥਾ। 2 ਤੋਂ 7 ਸਾਲ ਦੀ ਜਿਹੜੀ ਉਮਰ ਹੁੰਦੀ ਹੈ, ਇਹਨੂੰ ਆਪਾਂ ਖਿਡੌਣਾ ਏਜ ਕਹਿੰਦੇ ਹਾਂ। ਕਿਉਂ ਕਹਿੰਦੇ ਹਾਂ? ਕਿਉਂਕਿ ਇਹ ਉਮਰ ਦੇ ਵਿੱਚ ਬੱਚਾ ਜਿਹੜਾ ਉਹ ਖਿਡੌਣਿਆਂ ਨਾਲ ਖੇਡਦਾ ਅਤੇ ਖਿਡੌਣਿਆਂ ਦੇ ਵਿੱਚ ਉਹ ਮਤਲਬ ਉਹਨਾਂ ਨੂੰ ਉਹ ਖਿਡੌਣਿਆਂ ਨੂੰ ਇਵੇਂ ਜਾਣਦਾ ਕਿ ਜਿਵੇਂ ਖਿਡੌਣਿਆਂ ਦੇ ਵਿੱਚ ਜਾਨ ਹੁੰਦੀ ਹੈ। ਠੀਕ ਹੈ ਜੀ, ਤਾਂ ਇਸ ਤਰ੍ਹਾਂ ਉਹ ਖਿਡੌਣਿਆਂ ਨੂੰ ਦੇਖਦਾ, ਖਿਡੌਣਿਆਂ ਨਾਲ ਗੱਲਾਂ ਕਰਦਾ। ਤਾਂ ਅਰਲੀ ਚਾਈਲਡਹੁੱਡ ਇਹ ਏਜ ਹੁੰਦੀ ਹੈ, ਜਿਹਨੂੰ ਆਪਾਂ ਖਿਡੌਣਾ ਉਮਰ ਜਾਂ ਟੋਏ ਏਜ ਵੀ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਕੁਆਲਿਟੀ ਐਂਡ ਕਰੈਕਟਰ ਚੇਂਜ ਆਫ ਅ ਚਾਈਲਡ। ਮੰਨ ਲਓ ਬੱਚੇ ਦੀ ਗੁਣਵੱਤਾ, ਉਹਦੀ ਮਤਲਬ ਕੁਆਲਿਟੀ ਦਿਨ ਬ ਦਿਨ ਨਿਖਰ ਕੇ ਸਾਹਮਣੇ ਆ ਰਹੀ ਹੈ, ਤਾਂ ਉਹਦਾ ਕਰੈਕਟਰ ਮਤਲਬ ਆਪਣੇ ਅੱਗੇ ਉੱਭਰ ਕੇ ਆ ਰਿਹਾ ਹੈ। ਤਾਂ ਉਹ ਕੀ ਹੋ ਰਿਹਾ, ਉਹਦੇ ਵਿੱਚ ਕੀ ਚੇਂਜ ਆ ਰਿਹਾ? ਤਾਂ ਉਹਦੀ ਡਿਵੈਲਪਮੈਂਟ ਹੋ ਰਹੀ ਹੈ, ਉਹਦਾ ਵਿਕਾਸ ਹੋ ਰਿਹਾ। ਠੀਕ ਹੈ ਜੀ, ਕਿਉਂਕਿ ਜਿਹੜੀ ਕੁਆਲਿਟੀ ਅਤੇ ਕਰੈਕਟਰ ਹੈ, ਇਹਨੂੰ ਆਪਾਂ ਮਾਪ ਤੋਲ ਨਹੀਂ ਸਕਦੇ। ਇਹਦਾ ਆਪਾਂ ਮਤਲਬ ਇਹਨੂੰ ਆਪਾਂ ਤੋਲ ਨਹੀਂ ਸਕਦੇ, ਇਹਨੂੰ ਆਪਾਂ ਮਿਣ ਨਹੀਂ ਸਕਦੇ, ਨਾ ਹੀ ਇਹਨੂੰ ਆਪਾਂ ਗਿਣ ਸਕਦੇ ਹਾਂ। ਠੀਕ ਹੈ, ਤਾਂ ਇਹਨੂੰ ਡਿਵੈਲਪਮੈਂਟ ਕਿਹਾ ਜਾਊ। ਜਿਹੜੀ ਚੀਜ਼ ਨੂੰ ਗਿਣਿਆ ਮਿਣਿਆ ਨਹੀਂ ਜਾ ਸਕਦਾ, ਉਹ ਡਿਵੈਲਪਮੈਂਟ ਦੇ ਅੰਡਰ ਆਉਂਦੀ ਹੈ। ਠੀਕ ਹੈ ਜੀ, ਤੁਸੀਂ ਯਾਦ ਰੱਖਣਾ। ਡਿਵੈਲਪਮੈਂਟ ਇੱਕ ਬਹੁਤ ਵੱਡਾ ਕਨਸੈਪਟ ਹੈ। ਠੀਕ ਹੈ ਜੀ, ਡਿਵੈਲਪਮੈਂਟ ਇੱਕ ਬਹੁਤ ਵੱਡਾ ਕਨਸੈਪਟ ਹੈ, ਅਤੇ ਗਰੋਥ ਹੈ ਜਿਹੜਾ ਇਹਦਾ ਇੱਕ ਪਾਰਟ ਹੈ, ਇਹ ਤੁਸੀਂ ਯਾਦ ਰੱਖਣਾ। ਤਾਂ ਡਿਵੈਲਪਮੈਂਟ ਦੇ ਵਿੱਚ ਹੀ ਗਰੋਥ ਆ ਜਾਂਦਾ, ਇਹ ਵੀ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਪੁਆਇੰਟ ਹੈ, ਪ੍ਰੋਸੈਸ ਆਫ ਅਡੈਪਸ਼ਨ, ਅਨੁਕੂਲਣ ਦਾ ਵਰਤਾਰਾ। ਅਨੁਕੂਲਣ ਦੀ ਗੱਲ ਕਿਹਨੇ ਕੀਤੀ ਹੈ? ਤਾਂ ਅਨੁਕੂਲਣ ਦੀ ਗੱਲ ਕੀਤੀ ਹੈ ਜੀਨ ਪਿਆਜ਼ੇ ਨੇ। ਅਨੁਕੂਲਣ ਦੇ ਵਿੱਚ ਕੀ ਆ ਜਾਂਦਾ? ਅਸਿਮੀਲੇਸ਼ਨ, ਅਕਮੋਡੇਸ਼ਨ। ਠੀਕ ਹੈ ਜੀ, ਉਹ ਸਭ ਕੁਛ ਮਤਲਬ ਜਿਹੜਾ ਆਉਂਦਾ ਉਹ ਅਨੁਕੂਲਣ ਦੇ ਅੰਤਰਗਤ ਆਉਂਦਾ। ਤਾਂ ਅਨੁਕੂਲਣ ਦੀ ਗੱਲ ਕਿਹਨੇ ਕੀਤੀ ਹੈ? ਅਨੁਕੂਲਣ ਦੀ ਗੱਲ ਕੀਤੀ ਹੈ ਜੀਨ ਪਿਆਜ਼ੇ ਨੇ, ਇਹ ਤੁਸੀਂ ਯਾਦ ਰੱਖਣਾ। ਇਹ ਤੁਹਾਨੂੰ ਪੁੱਛਿਆ ਜਾਊਗਾ, ਅਡੈਪਸ਼ਨ ਬਾਰੇ ਗੱਲ ਕਿਹਨੇ ਕੀਤੀ ਹੈ? ਪ੍ਰੋਸੈਸ ਆਫ ਅਡੈਪਸ਼ਨ, ਤਾਂ ਇਹ ਗੱਲ ਕੀਤੀ ਹੈ ਜੀਨ ਪਿਆਜ਼ੇ ਨੇ। ਠੀਕ ਹੈ ਜੀ, ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਪੁਆਇੰਟ ਹੈ, ਟੀਚਿੰਗ ਲਰਨਿੰਗ ਪ੍ਰੋਸੈਸ ਫੰਡਾਮੈਂਟਲੀ ਕੰਪਲੀਟ। ਠੀਕ ਹੈ ਜੀ, ਤਾਂ ਨਾਲ ਦੀ ਨਾਲ ਜਿੰਨੇ ਵੀ ਕੁਐਸਚਨ ਤੁਹਾਡੇ ਆਪਣੇ CDP ਦੇ ਨੇ,
ਯਾਨੀ ਕਿ ਇੱਕ ਤਾਂ ਸਾਈਕੋਲੋਜੀ ਦੇ ਆ ਗਏ ਅਤੇ ਇੱਕ ਆਪਣੇ ਜਿਹੜੇ ਪੈਡਾਗੋਜੀ ਦੇ ਹੁੰਦੇ ਨੇ ਉਹ ਅਲੱਗ ਕੁਐਸਚਨ, ਉਹ ਆਪਾਂ ਵਿੱਚ ਹੀ ਮਿਕਸ ਕਰ ਲਾਂਗੇ, ਮਤਲਬ ਵਿੱਚ ਹੀ ਆਪਾਂ ਉਹ ਸਾਰੇ ਡਿਸਕਸ ਕਰ ਲਾਂਗੇ ਜਿੰਨੇ ਵੀ ਤੁਹਾਡੇ ਇੰਪੋਰਟੈਂਟ ਨੇ। ਠੀਕ ਹੈ ਜੀ। ਤਾਂ ਜੇ ਤੁਹਾਡੇ ਹਜੇ ਆਪਣੀਆਂ 2 ਕਲਾਸਿਸ ਆਲਰੇਡੀ ਹੋਰ ਆਉਣੀਆਂ ਨੇ ਤਾਂ ਉਹਨਾਂ ਦੇ ਵਿੱਚ ਜਿੰਨਾ ਵੀ ਤੁਹਾਡਾ ਇੰਪੋਰਟੈਂਟ ਮੈਟਰ ਜੋ ਵੀ ਰਹਿ ਗਿਆ ਉਹ ਆਪਾਂ ਸਾਰਾ ਲੈ ਕੇ ਆਵਾਂਗੇ। ਠੀਕ ਹੈ ਜੀ। ਤਾਂ ਬਣੇ ਰਹੋ ਆਪਣੇ ਚੈਨਲ 'ਤੇ। ਤਾਂ ਟੀਚਿੰਗ ਲਰਨਿੰਗ ਪ੍ਰੋਸੈਸ ਜਿਹੜਾ ਹੁੰਦਾ ਜਿਹਦੇ ਵਿੱਚ ਆਪਣਾ ਅਧਿਆਪਨ ਸਿੱਖਣ ਪ੍ਰਕਿਰਿਆ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹਦੇ ਵਿੱਚ ਆਪਾਂ ਇੱਕ ਕਿਸੇ ਤੋਂ ਆਪਾਂ ਸਿੱਖਦੇ ਹਾਂ। ਠੀਕ ਹੈ ਜੀ। ਤਾਂ ਉਹ ਆਪਾਂ ਪਰਿਵਾਰ ਤੋਂ ਵੀ ਸਿੱਖਦੇ ਹਾਂ। ਤਾਂ ਇਹਨਾਂ ਨੇ ਕੀ ਪੁੱਛਿਆ ਕਿ ਫੰਡਾਮੈਂਟਲੀ ਕੰਪਲੀਟ ਕਿੱਥੇ ਹੁੰਦਾ। ਠੀਕ ਹੈ ਜੀ। ਪੂਰੀ ਤਰ੍ਹਾਂ ਚੰਗੀ ਤਰ੍ਹਾਂ ਕੰਪਲੀਟ ਕਿੱਥੇ ਹੁੰਦੀ ਹੈ, ਤਾਂ ਉਹ ਕਲਾਸ ਦੇ ਕਮਰੇ 'ਚ ਹੁੰਦੀ ਹੈ। ਠੀਕ ਹੈ ਜੀ। ਕਲਾਸਰੂਮ ਦੇ ਵਿੱਚ ਇਹ ਫੰਡਾਮੈਂਟਲੀ ਕੰਪਲੀਟ ਹੁੰਦੀ ਹੈ, ਕਿਉਂਕਿ ਉੱਥੇ ਆਪਾਂ ਨੂੰ ਇੱਕ ਸਿਸਟਮੈਟਿਕ ਵੇ ਦੇ ਵਿੱਚ ਪੜ੍ਹਾਇਆ ਜਾਂਦਾ। ਠੀਕ ਹੈ ਜੀ। ਸਿੱਖਦੇ ਤਾਂ ਆਪਾਂ ਪਰਿਵਾਰ ਤੋਂ ਵੀ ਹਾਂ, ਬਟ ਇਹਨਾਂ ਨੇ ਫੰਡਾਮੈਂਟਲੀ ਪੁੱਛਿਆ। ਫੰਡਾਮੈਂਟਲੀ ਤਾਂ ਹੁੰਦੀ ਹੈ ਫਿਰ ਕਲਾਸਰੂਮ ਦੇ ਵਿੱਚ। ਠੀਕ ਹੈ ਜੀ। ਕਈ ਵਾਰੀ ਤੁਹਾਨੂੰ ਕਲਾਸਰੂਮ ਨਾ ਦੇ ਕੇ ਉੱਥੇ ਸਕੂਲ ਦੇ ਦੇਣਗੇ ਆਪਸ਼ਨ ਦੇ ਵਿੱਚ। ਜੇ ਕਲਾਸਰੂਮ ਨਾ ਹੋਇਆ ਤਾਂ ਉੱਥੇ ਸਕੂਲ ਹੋਊਗਾ, ਤਾਂ ਜੇ ਕਲਾਸਰੂਮ ਆਪਸ਼ਨ ਦੇ ਵਿੱਚ ਨਾ ਹੋਵੇ ਤਾਂ ਸਕੂਲ ਤੁਹਾਡਾ ਸਹੀ ਆਨਸਰ ਹੋਊਗਾ। ਇਹ ਤੁਸੀਂ ਯਾਦ ਰੱਖਣਾ, ਕਿਉਂਕਿ ਸਕੂਲ ਦੇ ਵਿੱਚ ਹੀ ਮਤਲਬ ਆਪਣਾ ਕਲਾਸਰੂਮ ਹੈ। ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਹੈਗਾ, ਬਹੁਤ ਇੰਪੋਰਟੈਂਟ ਪੁਆਇੰਟ ਹੈ ਇਹ। ਤਾਂ ਇਹਦੇ ਵਿੱਚੋਂ ਕਈ ਕੁਐਸਚਨ ਤੁਹਾਡੇ ਬਣ ਕੇ ਸਾਹਮਣੇ ਆਉਂਦੇ ਆ। ਲਰਨਿੰਗ ਵਿਦਆਊਟ ਬਰਡਨ, ਤਾਂ ਇਹ ਕਹਿੰਦੇ ਵੀ ਬੋਝ ਤੋਂ ਬਿਨਾਂ ਸਿੱਖਣਾ। ਲਰਨਿੰਗ ਵਿਦਆਊਟ ਬਰਡਨ ਇਹ ਕਿਹੜੀ ਕਮੇਟੀ ਦੀ ਮਤਲਬ ਰਿਕਮੈਂਡੇਸ਼ਨ ਹੈ, ਕਿਹਨੇ ਕਿਹਾ ਕਿ ਜਿਹੜਾ ਸਿੱਖਣਾ ਹੈਗਾ ਉਹ ਵਿਦਆਊਟ ਬਰਡਨ ਹੋਣਾ ਚਾਹੀਦਾ, ਕਿ ਬੱਚਿਆਂ 'ਤੇ ਕਿਸੇ ਪ੍ਰਕਾਰ ਦਾ ਕੋਈ ਬੋਝ ਨਾ ਹੋਵੇ। ਤਾਂ ਇਹ ਕਿਹਨੇ ਕਿਹਾ? ਯਸ਼ਪਾਲ ਕਮੇਟੀ ਨੇ ਕਿਹਾ। ਠੀਕ ਹੈ ਜੀ। ਯਸ਼ਪਾਲ ਕਮੇਟੀ ਨੇ ਇਹ ਗੱਲ ਕਹੀ ਹੈ ਕਿ ਲਰਨਿੰਗ ਵਿਦਆਊਟ ਬਰਡਨ, ਬੋਝ ਤੋਂ ਬਿਨਾਂ ਸਿੱਖਣਾ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਇੱਕ ਤੁਹਾਨੂੰ ਕਈ ਟਾਈਪ ਨਾਲ ਤੁਹਾਨੂੰ ਕੁਐਸਚਨ ਆਉਂਦਾ ਹੁੰਦਾ ਕਿ ਗੈਂਗ ਏਜ, ਸਕੂਲ ਏਜ, ਗਰੁੱਪ ਏਜ। ਇਹ ਏਜ ਕਿਹੜੀ ਹੁੰਦੀ ਹੈ? ਇਹ ਹੁੰਦੀ ਹੈ ਲੇਟਰ ਚਾਈਲਡਹੁੱਡ। ਜਦੋਂ ਬੱਚੇ ਨੂੰ ਆਪਾਂ ਸਕੂਲ ਦੇ ਵਿੱਚ ਦਾਖਲ ਕਰਵਾ ਦਿੰਦੇ ਹਾਂ, 8 ਤੋਂ 11 ਸਾਲ ਦੀ ਜਿਹੜੀ ਏਜ ਹੁੰਦੀ ਹੈ, ਇਹਨੂੰ ਆਪਾਂ ਗੈਂਗ ਏਜ ਵੀ ਕਹਿ ਸਕਦੇ ਹਾਂ, ਸਕੂਲ ਏਜ ਵੀ ਅਤੇ ਗਰੁੱਪ ਏਜ ਵੀ। ਕਿਉਂਕਿ ਉਦੋਂ ਜਿਹੜਾ ਬੱਚਾ ਹੈ ਉਹ ਆਪਣੇ ਸਾਥੀਆਂ ਨਾਲ ਰਹਿਣਾ ਆਰੰਭ ਕਰ ਦਿੰਦਾ। ਠੀਕ ਹੈ ਜੀ। ਉਹ ਇੱਕ ਗਰੁੱਪ ਬਣਾ ਕੇ ਰਹਿਣਾ ਵਧੀਆ ਲੱਗਦਾ ਉਹਨੂੰ। ਠੀਕ ਹੈ। ਸਕੂਲ ਦੇ ਵਿੱਚ ਉਹ ਹੋ ਜਾਂਦਾ, ਉਹਦੇ ਕਈ ਫਰੈਂਡਸ ਬਣ ਜਾਂਦੇ ਨੇ। ਗੈਂਗ ਏਜ ਨੂੰ ਆਪਾਂ ਕਹਿ ਸਕਦੇ ਹਾਂ। ਠੀਕ ਹੈ ਜੀ। ਇਹ ਲੇਟਰ ਚਾਈਲਡਹੁੱਡ ਹੈ, 8 ਤੋਂ 11 ਸਾਲ ਦੀ ਉਮਰ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਅਕੋਰਡਿੰਗ ਟੂ NCF 2005 ਦੀ ਰੋਲ ਆਫ ਅ ਟੀਚਰ। NCF 2005 ਦੇ ਅਨੁਸਾਰ ਅਧਿਆਪਕ ਦੀ ਕੀ ਭੂਮਿਕਾ ਹੈ? ਤਾਂ ਅਧਿਆਪਕ ਕੀ ਹੈ? ਫੈਸਿਲੀਟੇਟਰ ਹੈ, ਇੱਕ ਮਦਦਗਾਰ ਹੈ। ਅਧਿਆਪਕ ਕੀ ਹੈਗਾ? ਫੈਸਿਲੀਟੇਟਰ ਹੈ। ਇਹ ਐਗਜ਼ੈਕਟ ਤੁਸੀਂ ਜਿਹੜਾ ਵਰਡ ਇਹ ਯਾਦ ਰੱਖਣਾ, ਇਹੀ ਤੁਹਾਨੂੰ ਆਨਸਰ ਦੇ ਵਿੱਚ ਮਿਲੂਗਾ ਅਤੇ ਇਹੀ ਤੁਸੀਂ ਟਿਕ ਕਰਕੇ ਆਉਣਾ। ਠੀਕ ਹੈ ਜੀ। NCF 2005 ਬਹੁਤ ਇੰਪੋਰਟੈਂਟ ਹੈ ਆਪਣੇ ਲਈ ਪੜ੍ਹਨੀ। ਠੀਕ ਹੈ ਜੀ। ਤਾਂ ਇਹਦੇ ਵਿੱਚੋਂ ਜਿਹੜੇ ਕੁਐਸਚਨ ਬਣਨਗੇ ਉਹ ਵੀ ਆਪਾਂ ਅੱਗੇ ਲੈ ਕੇ ਆਵਾਂਗੇ। ਤਾਂ ਜਿੰਨਾ ਵੀ ਤੁਹਾਡਾ ਮੈਟਰ ਰਹਿੰਦਾ ਹੈਗਾ ਜੋ ਤੁਹਾਡੇ ਲਈ ਇੰਪੋਰਟੈਂਟ, ਉਹ ਆਪਾਂ ਸਾਰਾ ਲੈ ਕੇ ਆਵਾਂਗੇ। ਠੀਕ ਹੈ ਜੀ। ਤਾਂ ਫੈਸਿਲੀਟੇਟਰ ਜਿਹੜਾ ਅਧਿਆਪਕ ਹੈ ਉਹ ਹੋਣਾ ਚਾਹੀਦਾ। ਅਗਲਾ ਆਪਣਾ ਜਿਹੜਾ ਪੁਆਇੰਟ ਹੈ, ਆਈਡੈਂਟੀਟੀ ਵਰਸਸ ਰੋਲ ਕਨਫਿਊਜ਼ਨ, ਪਹਿਚਾਣ ਬਨਾਮ ਭੂਮਿਕਾ ਉਲਝਣ। ਠੀਕ ਹੈ ਜੀ। ਇਹ ਵੀ ਆਪਣੀ ਅਡੋਲੈਸੈਂਸ ਦੀ ਏਜ ਦੇ ਵਿੱਚ ਹੁੰਦੀ ਹੈ। ਕਿਸ਼ੋਰ ਅਵਸਥਾ ਜਿਹੜੀ ਆਪਣੀ ਹੁੰਦੀ ਹੈ 18 ਤੋਂ ਲੈ ਕੇ 19 ਸਾਲ ਦੀ, ਜਿਹੜੀ 18-19 ਸਾਲ ਦੀ ਜਿਹੜੀ ਏਜ ਹੁੰਦੀ ਹੈ ਆਪਣੀ। ਤਾਂ ਇਹਦੇ ਵਿੱਚ ਆਪਾਂ ਨੂੰ ਆਪਣੀ ਖੁਦ ਦੀ ਮਤਲਬ ਆਈਡੈਂਟੀਟੀ ਦਾ ਨਹੀਂ ਪਤਾ ਲੱਗਦਾ, ਕਿ ਆਪਾਂ ਮਤਲਬ ਆਪਣੇ ਬਾਰੇ ਆਪਾਂ ਨੂੰ ਕਨਫਿਊਜ਼ਨ ਜੀ ਰਹਿੰਦੀ ਹੈ। ਠੀਕ ਹੈ ਜੀ। ਤਾਂ ਇਹ ਅਡੋਲੈਸੈਂਸ ਦੇ ਵਿੱਚ ਹੀ ਹੁੰਦਾ, ਕਿਉਂਕਿ ਇਹ ਇੱਕ ਟਰਾਂਜੀਸ਼ਨਲ ਪੀਰੀਅਡ ਹੁੰਦਾ। ਮਤਲਬ ਇੱਕ ਆਪਾਂ ਅਡਲਟਹੁੱਡ ਦੇ ਵਿੱਚ ਜਾ ਰਹੇ ਹੁੰਦੇ ਹਾਂ ਇੱਥੋਂ। ਠੀਕ ਹੈ ਜੀ। ਤਾਂ ਇਹ ਜਿਹੜਾ ਵਿਚਲਾ ਮਤਲਬ ਜਿਹੜਾ ਪੀਰੀਅਡ ਹੈ ਇਹ ਪੀਰੀਅਡ ਹੁੰਦਾ ਇਹ ਅਡੋਲੈਸੈਂਸ ਦਾ। ਠੀਕ ਹੈ ਜੀ। ਤਾਂ ਇਹ ਟਰਾਂਜੀਸ਼ਨਲ ਪੀਰੀਅਡ ਹੁੰਦਾ। ਤਾਂ ਇੱਕ ਆਈਡੈਂਟੀਟੀ ਵਰਸਸ ਰੋਲ ਕਨਫਿਊਜ਼ਨ ਦੀ ਇੱਥੇ ਆਪਾਂ ਨੂੰ ਧਾਰਨਾ ਆਪਣੇ ਸਾਹਮਣੇ ਆਉਂਦੀ ਹੈ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਪੁਆਇੰਟ ਹੈ, ਇਹ ਪ੍ਰੋਬਲਮ ਚਾਈਲਡ, ਵਿਗੜਿਆ ਹੋਇਆ ਬੱਚਾ ਕਿਹੜਾ ਹੁੰਦਾ? ਇਹ ਕਹਿੰਦੇ ਵੀ ਇਹਦੇ 'ਚ ਜਿਹੜਾ ਆਪਾਂ ਨੂੰ ਆਪਸ਼ਨ ਆਉਂਦਾ ਹੁੰਦਾ ਪੈਂਪਰਿੰਗ ਗਾਰਜੀਅਨ ਆਉਂਦਾ ਹੁੰਦਾ। ਠੀਕ ਹੈ ਜੀ। ਪੈਂਪਰਿੰਗ ਗਾਰਜੀਅਨ ਦਾ ਕੀ ਮਤਲਬ ਹੈਗਾ? ਪੈਂਪਰਿੰਗ ਗਾਰਜੀਅਨ ਦਾ ਮਤਲਬ ਹੈ ਕਿ ਜਿਹੜੇ ਬੱਚੇ ਦੀਆਂ ਗਲਤੀਆਂ ਨੂੰ ਵੀ ਅਣਦੇਖਿਆ ਕਰਦੇ ਨੇ ਜਿਹੜੇ ਮਾਂ ਪਿਓ। ਠੀਕ ਹੈ ਜੀ। ਆਪਾਂ ਇਹ ਨਹੀਂ ਕਹਿੰਦੇ ਕਿ ਬੱਚੇ ਨੂੰ ਪਿਆਰ ਨਹੀਂ ਕਰਨਾ ਚਾਹੀਦਾ, ਬੱਚੇ ਨੂੰ ਪਿਆਰ ਕਰਨਾ ਚਾਹੀਦਾ, ਨੋ ਡਾਊਟ। ਠੀਕ ਹੈ ਜੀ। ਬਟ ਇਹ ਨਹੀਂ ਕਿ ਆਪਾਂ ਉਹਦੀਆਂ ਗਲਤੀਆਂ ਨੂੰ ਵੀ ਆਪਾਂ ਅਣਦੇਖਿਆ ਕਰ ਦਈਏ, ਉਹਦੀਆਂ ਗਲਤੀਆਂ ਨੂੰ ਵੀ ਆਪਾਂ ਮਤਲਬ ਉਹਨੂੰ ਬੂਸਟ ਅਪ ਕਰੀਏ ਉੱਪਰ ਨੂੰ, ਕਿ ਹਾਂ ਸਹੀ ਹੈ, ਇਹ ਤੇਰੀ ਗੱਲ ਸਹੀ ਹੈ। ਠੀਕ ਹੈ। ਉਹ ਗਲਤ ਹੋ ਜਾਊਗਾ। ਠੀਕ ਹੈ ਜੀ। ਤਾਂ ਉਹ ਪਿਆਰ ਕਰਨ ਵਾਲੇ ਜਿਹੜੇ ਮਾਤਾ ਪਿਤਾ ਉੱਥੇ ਉਹ ਗਲਤ ਹੋ ਜਾਣਗੇ। ਤਾਂ ਪੈਂਪਰਿੰਗ ਗਾਰਜੀਅਨ ਉੱਥੇ ਉਹਨਾਂ ਦਾ ਰੋਲ ਉੱਥੇ ਗਲਤ ਹੋ ਜਾਊਗਾ। ਇਹ ਤੁਸੀਂ ਯਾਦ ਰੱਖਣਾ। ਤਾਂ ਉਹਦੇ ਨਾਲ ਬੱਚਾ ਹੋਰ ਵਿਗੜ ਜੂਗਾ। ਠੀਕ ਹੈ ਜੀ। ਤਾਂ ਇਹਦਾ ਜਿਹੜਾ ਇਹ ਆਨਸਰ ਆਊਗਾ ਪੈਂਪਰਿੰਗ ਗਾਰਜੀਅਨ। ਸੈਲਫ ਸੈਂਟਰਡ ਏਜ, ਸਵੈ ਕੇਂਦਰਿਤ ਉਮਰ ਕਿਹੜੀ ਹੁੰਦੀ ਹੈ? ਸੈਲਫ ਸੈਂਟਰਡ ਮਤਲਬ ਜਦੋਂ ਬੱਚਾ ਆਪਣੇ ਆਪ ਜਿਹੇ 'ਚ ਹੀ ਰਹਿੰਦਾ। ਠੀਕ ਹੈ ਜੀ। ਉਹਨੂੰ ਕਿਸੇ ਨਾਲ ਕੋਈ ਜ਼ਿਆਦਾ ਲਗਾਵ ਨਹੀਂ ਹੁੰਦਾ। ਤਾਂ ਇਹ ਅਰਲੀ ਚਾਈਲਡਹੁੱਡ ਹੀ ਹੁੰਦੀ ਹੈ। ਠੀਕ ਹੈ ਜੀ। ਤਾਂ ਅਰਲੀ ਚਾਈਲਡਹੁੱਡ ਹੁੰਦੀ ਹੈ 2 ਤੋਂ 7 ਸਾਲ ਦੀ ਏਜ, ਇਹਨੂੰ ਆਪਾਂ ਕਹਿੰਦੇ ਹਾਂ ਪੂਰਵ ਬਾਲ ਅਵਸਥਾ। ਤਾਂ ਇਹ ਤੁਸੀਂ ਯਾਦ ਰੱਖਣਾ, ਸੈਲਫ ਸੈਂਟਰਡ ਏਜ ਵੀ ਇਹਨੂੰ ਕਿਹਾ ਜਾਂਦਾ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਵਰਬਲ ਇੰਟੈਲੀਜੈਂਸ ਟੈਸਟ ਆਰ ਯੂਜ਼ਫੁਲ, ਮੌਖਿਕ ਬੁੱਧੀ ਪਰਖ ਬਿਹਤਰ ਹੈ। ਤਾਂ ਕਿਹਦੇ ਲਈ ਬਿਹਤਰ ਹੈ? ਇਹ ਤੁਹਾਨੂੰ ਕੁਐਸਚਨ ਆਉਂਦਾ ਹੁੰਦਾ ਕਿ ਜਿਹੜੇ ਵਰਬਲ ਇੰਟੈਲੀਜੈਂਸ ਟੈਸਟ ਨੇ ਉਹ ਕਿਹਦੇ ਲਈ ਬਿਹਤਰ ਨੇ। ਇੱਥੇ ਤੁਹਾਨੂੰ ਕਈ ਆਪਸ਼ਨ ਆਉਂਦੇ ਨੇ, ਇਲਿਟਰੇਟ ਪਰਸਨ ਲਈ। ਠੀਕ ਹੈ ਜੀ। ਤਾਂ ਉਹਦੇ ਵਿੱਚ ਜਿਹੜਾ ਤੁਸੀਂ
ਸਹੀ ਆਨਸਰ ਟਿਕ ਕਰਕੇ ਨਾ ਉਹਦੇ ਲਿਟਰੇਟ ਪਰਸਨ, ਜਿਹੜੇ ਬੰਦੇ ਪੜ੍ਹੇ ਲਿਖੇ ਹੋਣਗੇ ਉਹੀ ਵਰਬਲ ਟੈਸਟ ਨੂੰ ਸਮਝਣਗੇ, ਠੀਕ ਹੈ ਜੀ। ਅਨਪੜ੍ਹ ਬੰਦੇ ਜੇ ਉਹਨਾਂ ਨੂੰ ਮੌਖਿਕ ਬੁੱਧੀ ਪ੍ਰੀਖਿਆ ਉਹਨਾਂ ਤੋਂ ਕੋਈ ਕੁਐਸਚਨ ਪੁੱਛੇ ਜਾਣਗੇ, ਠੀਕ ਹੈ, ਵਰਬਲੀ, ਤਾਂ ਉਹਨਾਂ ਨੂੰ ਨਹੀਂ ਆਊਗਾ ਕੁਛ ਵੀ, ਕਿਉਂਕਿ ਉਹ ਅਨਪੜ੍ਹ ਨੇ, ਠੀਕ ਹੈ, ਉਹਨਾਂ ਨੂੰ ਨਹੀਂ ਉਹਨਾਂ ਨੂੰ ਕੋਈ ਕਿਸੇ ਚੀਜ਼ ਦੀ ਜਾਣਕਾਰੀ। ਤਾਂ ਜਿਹੜੇ ਲਿਟਰੇਟ ਪਰਸਨ ਹੋਣਗੇ, ਪੜ੍ਹੇ ਲਿਖੇ ਬੰਦੇ ਹੋਣਗੇ, ਉਹੀ ਵਰਬਲ ਟੈਸਟ ਦੇ ਸਕਣਗੇ, ਠੀਕ ਹੈ। ਤੁਸੀਂ ਯਾਦ ਰੱਖਣਾ। ਤਾਂ ਇਹ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਅਤੇ ਕਈ ਵਾਰ ਪੁੱਛਿਆ ਗਿਆ, ਠੀਕ ਹੈ ਜੀ। ਤਾਂ ਇਹ ਤੁਸੀਂ ਚੰਗੀ ਤਰ੍ਹਾਂ ਇਹਨੂੰ ਕਰ ਲੈਣਾ। ਅਗਲਾ ਜਿਹੜਾ ਪੁਆਇੰਟ ਹੈ, ਯੂਨਿਟ ਆਫ ਹੈਰੀਡਿਟੀ, ਆਨੁਵਾਂਸ਼ਿਕਤਾ ਦੀ ਕਿਹੜੀ ਇਕਾਈ ਹੈ? ਹੈਰੀਡਿਟੀ ਕੀ ਹੁੰਦੀ ਹੈ? ਜਿਹੜੀ ਆਪਣੇ ਆਪਾਂ ਜੀਨਸ ਰਾਹੀਂ ਆਪਣੇ ਮਾਤਾ ਪਿਤਾ ਵਾਲੇ ਜਿਹੜੇ ਗੁਣ ਹੁੰਦੇ ਨੇ ਉਹ ਆਪਣੇ ਵਿੱਚ ਆਉਂਦੇ ਨੇ, ਆਪਣਾ ਸਟਰਕਚਰ, ਆਪਣੀ ਦਿੱਖ, ਆਪਣੀ ਬੋਲਬਾਣੀ, ਠੀਕ ਹੈ ਜੀ। ਤਾਂ ਜੋ ਵੀ ਆਪਣੇ ਮਾਂ ਪਿਓ ਵਰਗੇ ਆਪਾਂ ਦਿਖਦੇ ਹਾਂ, ਤਾਂ ਉਹ ਜੀਨਸ ਰਾਹੀਂ ਆਉਂਦੇ ਆ। ਤਾਂ ਜਿਹੜੀ ਦੀ ਇਕਾਈ ਹੈ, ਠੀਕ ਹੈ, ਇਕਾਈ ਕੀ ਹੈ? ਜੀਨਸ ਹੈ, ਠੀਕ ਹੈ ਜੀ। ਜੀਵਾਣੂ ਜਿਹਨੂੰ ਆਪਾਂ ਕਹਿੰਦੇ ਹਾਂ ਪੰਜਾਬੀ ਦੇ ਵਿੱਚ, ਜੀਨ ਇਹਦੀ ਇਕਾਈ ਹੈ ਹੈਰੀਡਿਟੀ ਦੀ। ਇਹ ਤੁਸੀਂ ਯਾਦ ਰੱਖਣਾ, ਇਹ ਬਹੁਤ ਵਾਰ ਪੁੱਛਿਆ ਗਿਆ, ਯੂਨਿਟ ਆਫ ਹੈਰੀਡਿਟੀ, ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ ਇਹ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਐਜੂਕੇਸ਼ਨ ਦੈਟ ਚਾਈਲਡ ਰਿਸੀਵ ਫਰੋਮ ਫੈਮਿਲੀ, ਵਿੱਦਿਆ ਜੋ ਬੱਚਾ ਪਰਿਵਾਰ ਤੋਂ ਹਾਸਲ ਕਰਦਾ, ਤਾਂ ਉਹ ਕਿਹੜੀ ਹੁੰਦੀ ਆ? ਉਹ ਇਨਫੋਰਮਲ ਹੁੰਦੀ ਹੈ, ਠੀਕ ਹੈ ਜੀ। ਇੱਕ ਹੁੰਦੀ ਹੈ ਫਾਰਮਲ, ਇੱਕ ਹੁੰਦੀ ਹੈ ਇਨਫੋਰਮਲ। ਤਾਂ ਫਾਰਮਲ ਕਿਹੜੀ ਹੁੰਦੀ ਹੈ? ਫਾਰਮਲ ਹੁੰਦੀ ਹੈ ਰਸਮੀ। ਰਸਮੀ ਮਤਲਬ ਕੁਛ ਰਸਮਾਂ ਹੁੰਦੀਆਂ ਉਹਦੀਆਂ ਸਿੱਖਣ ਦੀਆਂ। ਮੰਨ ਲਓ ਜਿਵੇਂ ਤੁਸੀਂ ਪੰਜਾਬੀ ਲੈਂਗੁਏਜ ਸਿੱਖਣੀ ਹੈ, ਤਾਂ ਜਦੋਂ ਤੁਹਾਨੂੰ ਸਕੂਲ ਦੇ ਵਿੱਚ ਦਾਖਲ ਕਰਵਾਇਆ ਜਾਊਗਾ, ਤਾਂ ਇੱਕ ਸਿਸਟਮੈਟਿਕ ਵੇ ਹੈ ਜਿਹਦੇ ਰਾਹੀਂ ਤੁਸੀਂ ਸਿੱਖ ਸਕਦੇ ਹੋ ਪੰਜਾਬੀ, ਠੀਕ ਹੈ ਜੀ। ਪਹਿਲਾਂ ਤੁਹਾਨੂੰ ਵਰਨਮਾਲਾ ਸਿਖਾਈ ਜਾਊ, ਠੀਕ ਹੈ ਜੀ, ਫਿਰ ਤੁਹਾਨੂੰ ਗ੍ਰਾਮਰ ਸਿਖਾਈ ਜਾਊ, ਹੌਲੀ ਹੌਲੀ ਤੁਹਾਨੂੰ ਸ਼ਬਦ ਸਿਖਾਏ ਜਾਣਗੇ 2 4 6, ਹੈ ਨਾ। ਤਾਂ ਹੌਲੀ ਹੌਲੀ ਤੁਸੀਂ ਅੱਗੇ ਵੱਧਦੇ ਜਾਓਗੇ। ਉਹ ਹੁੰਦੀ ਹੈ ਫਾਰਮਲ, ਜਿਹਦੇ ਵਿੱਚ ਤੁਸੀਂ ਇੱਕ ਰਸਮਾਂ ਰਿਵਾਜ਼ਾਂ, ਉਹਨੂੰ ਰਸਮਾਂ ਰਿਵਾਜ਼ਾਂ ਆਪਾਂ ਕਹਿ ਸਕਦੇ ਹਾਂ, ਰਸਮਾਂ ਰਾਹੀਂ। ਤਾਂ ਜਿਹੜੀ ਇਨਫੋਰਮਲ ਹੁੰਦੀ ਹੈ, ਗੈਰ ਰਸਮੀ, ਜਿਹਦੇ ਵਿੱਚ ਤੁਹਾਨੂੰ ਕੋਈ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ ਕੋਈ ਫੀਸ ਭਰਨੀ ਪਊ ਜਾਂ ਤੁਹਾਨੂੰ ਕੋਈ ਬੁੱਕਸ ਲੈਣੀਆਂ ਪੈਣਗੀਆਂ, ਤਾਂ ਇਹ ਗੈਰ ਰਸਮੀ ਹੁੰਦੀ ਹੈ। ਗੈਰ ਰਸਮੀ ਕਿੱਥੋਂ ਸਿੱਖਦੇ ਹਾਂ ਆਪਾਂ? ਪਰਿਵਾਰ ਤੋਂ, ਠੀਕ ਹੈ ਜੀ। ਤਾਂ ਪਰਿਵਾਰ ਦੇ ਵਿੱਚ ਆਪਣੀ ਪਹਿਲੀ ਸਿੱਖਿਆ ਹੁੰਦੀ ਹੈ, ਜਿਹੜੀ ਕਿ ਗੈਰ ਰਸਮੀ ਹੁੰਦੀ ਹੈ, ਇਨਫੋਰਮਲ ਹੁੰਦੀ ਹੈ, ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਪੁਆਇੰਟ ਹੈ, ਸੋਸ਼ਲ ਇੰਟਰੈਕਸ਼ਨ ਇਜ਼ ਅ ਕਾਜ਼ ਆਫ ਕੋਗਨੀਟਿਵ ਡਿਵੈਲਪਮੈਂਟ, ਕਹਿੰਦਾ ਸਮਾਜਿਕ ਪਰਸਪਰ ਪ੍ਰਭਾਵ ਬੌਧਿਕ ਵਿਕਾਸ ਦਾ ਕਾਰਨ ਹੈ, ਠੀਕ ਹੈ ਜੀ। ਜਿਹੜਾ ਆਪਣਾ ਬੌਧਿਕ ਵਿਕਾਸ ਹੁੰਦਾ ਉਹ ਕਾਹਦੇ ਨਾਲ ਹੁੰਦਾ? ਉਹ ਆਪਣਾ ਸਮਾਜ ਦੇ ਵਿੱਚ ਜਦੋਂ ਆਪਾਂ ਵਿਚਰਦੇ ਹਾਂ ਉਦੋਂ ਹੁੰਦਾ। ਇਹ ਕੌਣ ਕਹਿੰਦਾ? ਇਹ ਵਾਈਗੋਸਕੀ ਕਹਿੰਦਾ। ਕਿਉਂਕਿ ਸਮਾਜ ਦੀ ਗੱਲ ਕੌਣ ਕਰੂਗਾ? ਸਮਾਜ ਦੀ ਗੱਲ ਤਾਂ ਫਿਰ ਵਾਈਗੋਸਕੀ ਹੀ ਕਰ ਸਕਦਾ। ਵਾਈਗੋਸਕੀ ਨੇ ਸਮਾਜ, ਕਲਚਰ, ਸੱਭਿਆਚਾਰ, ਠੀਕ ਹੈ, ਭਾਸ਼ਾ, ਇਹ ਸਾਰੀ ਗੱਲ ਜ਼ਿਆਦਾਤਰ ਵਾਈਗੋਸਕੀ ਨੇ ਕੀਤੀ ਹੈ। ਤਾਂ ਵਾਈਗੋਸਕੀ ਦਾ ਆਨਸਰ ਆਊਗਾ। ਇਹ ਕਹਿੰਦਾ ਵੀ ਜਿਹੜਾ ਸਮਾਜਿਕ ਪਰਸਪਰ ਪ੍ਰਭਾਵ ਹੈ, ਪਰਸਪਰ ਮਤਲਬ ਜਦੋਂ ਆਪਾਂ ਸਮਾਜ ਦੇ ਵਿੱਚ ਵਿਚਰਦੇ ਹਾਂ ਤਾਂ ਤਾਂ ਹੀ ਆਪਣਾ ਬੌਧਿਕ ਵਿਕਾਸ ਹੁੰਦਾ, ਫਿਰ ਹੀ ਆਪਾਂ ਕੁਛ ਨਾ ਕੁਛ ਸਿੱਖਦੇ ਹਾਂ। ਤਾਂ ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਪੁਆਇੰਟ ਹੈ, IQ ਸਕੋਰ ਇਜ਼ ਰਿਲੇਟਡ ਟੂ ਅਕੈਡਮਿਕ ਪਰਫਾਰਮੈਂਸ। ਤਾਂ ਜਿਹੜੇ IQ ਸਕੋਰ ਹੁੰਦੇ ਨੇ ਉਹ ਕਿਹੜੀ ਅਕੈਡਮਿਕ ਪਰਫਾਰਮੈਂਸ ਨਾਲ ਸੰਬੰਧਿਤ ਹੁੰਦੇ ਨੇ? ਤਾਂ ਉਹ ਹੁੰਦੇ ਨੇ ਹਾਈ ਨਾਲ। ਕਿਉਂਕਿ IQ ਸਕੋਰ ਆਪਾਂ ਉਸੇ ਬੱਚੇ ਦੀ ਮਤਲਬ ਆਪਾਂ ਮਾਪਾਂਗੇ ਜਿਹਦਾ ਹਾਈ IQ ਸਕੋਰ ਹੋਊਗਾ, ਠੀਕ ਹੈ। ਆਪਾਂ IQ ਕਾਹਦੇ ਲਈ ਮਾਪਦੇ ਹਾਂ? ਕਿ ਇਹਦੀ ਪਰਫਾਰਮੈਂਸ ਦੇਖਣੀ ਆਪਾਂ, ਮਤਲਬ ਅਕੈਡਮਿਕ ਪਰਫਾਰਮੈਂਸ, ਕਿ ਇਹਦਾ IQ ਲੈਵਲ ਕਿੰਨਾ ਹੈਗਾ, ਠੀਕ ਹੈ। ਤਾਂ ਉਹ ਹਾਈਲੀ ਹੁੰਦਾ, ਇਹ ਤੁਸੀਂ ਯਾਦ ਰੱਖਣਾ, ਹਾਈਲੀ ਇਹਦਾ ਆਨਸਰ ਆਊਗਾ। ਅਗਲਾ ਜਿਹੜਾ ਪੁਆਇੰਟ ਹੈ, ਰੇਸ਼ੋ ਆਫ ਮੈਂਟਲ ਏਜ ਟੂ ਕ੍ਰੋਨੋਲੋਜੀਕਲ ਏਜ ਮਲਟੀਪਲਾਈ ਬਾਏ 100 ਇਜ਼ ਇਕੁਅਲ ਟੂ। ਤਾਂ ਮੰਨ ਲਓ ਮੈਂਟਲ ਏਜ ਦਿੱਤੀ ਤੁਹਾਨੂੰ MA, ਜਿਹਨੂੰ ਆਪਾਂ ਕਹਿੰਦੇ ਹਾਂ ਸ਼ਾਰਟ ਫਾਰਮ ਦੇ ਵਿੱਚ, ਠੀਕ ਹੈ ਜੀ। ਕ੍ਰੋਨੋਲੋਜੀਕਲ ਏਜ ਜਿਹਨੂੰ ਆਪਾਂ CA ਕਹਿੰਦੇ ਹਾਂ, ਠੀਕ ਹੈ ਜੀ। ਤਾਂ ਇਹਨੂੰ ਆਪਾਂ ਮਲਟੀਪਲਾਈ ਕਿਹਦੇ ਨਾਲ ਕਰਤਾ? 100 ਨਾਲ ਆਪਾਂ ਇਹਨੂੰ ਮਲਟੀਪਲਾਈ ਕਰਤਾ। ਤਾਂ ਇਹਨਾਂ ਨੂੰ ਜਦੋਂ ਆਪਾਂ ਕਰਾਂਗੇ ਤਾਂ ਕੀ ਨਿਕਲ ਕੇ ਆਪਣੇ ਸਾਹਮਣੇ ਆਊਗਾ? ਤਾਂ ਆਊਗਾ ਇੰਟੈਲੀਜੈਂਸ ਕੁਓਸ਼ੈਂਟ। ਇਹਦਾ ਕੀ ਮਤਲਬ ਹੈ? IQ, ਠੀਕ ਹੈ ਜੀ। ਤਾਂ IQ ਨਿਕਲ ਕੇ ਆਪਣੇ ਸਾਹਮਣੇ ਆਊਗਾ, ਇਹ ਤੁਸੀਂ ਯਾਦ ਰੱਖਣਾ। ਤਾਂ ਰੇਸ਼ੋ ਜਦੋਂ ਆਪਾਂ ਇਹਨਾਂ ਦੀ ਮਤਲਬ ਇਹਨਾਂ ਨੂੰ ਆਪਾਂ 100 'ਤੇ ਮਲਟੀਪਲਾਈ ਕਰਾਂਗੇ, ਠੀਕ ਹੈ, ਤੁਸੀਂ ਯਾਦ ਰੱਖਣਾ। ਤਾਂ IQ ਇਹਦਾ ਫੁੱਲ ਫਾਰਮ ਹੈ IQ ਦੀ, ਇੰਟੈਲੀਜੈਂਸ ਕੁਓਸ਼ੈਂਟ। ਅਗਲਾ ਜਿਹੜਾ ਪੁਆਇੰਟ ਹੈ, ਕੈਪੈਸਿਟੀ ਟੂ ਐਕਵਾਇਰ ਐਂਡ ਅਪਲਾਈ ਨੌਲੇਜ, ਜਾਣਕਾਰੀ ਨੂੰ ਇਕੱਠੇ ਅਤੇ ਲਾਗੂ ਕਰਨ ਦੀ ਸਮਰੱਥਾ ਨੂੰ ਕੀ ਕਿਹਾ ਜਾਂਦਾ? ਉਹਨੂੰ ਕਿਹਾ ਜਾਂਦਾ ਬੁੱਧੀ। ਜੇ ਆਪਣੇ 'ਚ ਇੰਟੈਲੀਜੈਂਸ ਹੈ, ਆਪਣੀ ਇੰਟੈਲੀਜੈਂਸ ਵਧੀਆ, ਫਿਰ ਹੀ ਆਪਾਂ ਜਾਣਕਾਰੀ ਨੂੰ ਇਕੱਠਾ ਕਰ ਸਕਦੇ ਹਾਂ, ਤਾਂ ਉਹਨੂੰ ਐਪਲੀਕੇਬਲ ਕਰ ਸਕਦੇ ਹਾਂ, ਅਪਲਾਈ ਕਰ ਸਕਦੇ ਹਾਂ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਪੁਆਇੰਟ ਹੈ, ਲਰਨਿੰਗ ਡਿਪੈਂਡਸ ਅਪੋਨ ਕੋਗਨੇਟਿਵ ਡਿਵੈਲਪਮੈਂਟ, ਕਹਿੰਦੇ ਸਿੱਖਣ ਇੱਕ ਬੌਧਿਕ ਵਿਕਾਸ ਉੱਤੇ ਆਧਾਰਿਤ ਹੈ। ਇਹ ਤੁਹਾਨੂੰ ਆਪਸ਼ਨ ਦੇ ਵਿੱਚ ਆਊਗਾ ਨੈਵਰ, ਕਦੇ ਕਦੇ, ਠੀਕ ਹੈ, ਇਹੋ ਜਿਹਾ ਤੁਹਾਨੂੰ ਆਪਸ਼ਨ ਦੇ ਵਿੱਚ ਆਊਗਾ। ਤਾਂ ਇਹਦਾ ਜਿਹੜਾ ਆਨਸਰ ਆਊਗਾ ਉਹਦੇ ਵਿੱਚੋਂ ਆਲਵੇਜ਼ ਆਊਗਾ। ਕਿਉਂਕਿ ਜਦੋਂ ਆਪਾਂ ਸਿੱਖਣਾ ਹੈ ਤਾਂ ਸਿੱਖਣਾ ਆਪਣਾ ਬੌਧਿਕ ਵਿਕਾਸ ਉੱਤੇ ਹੀ ਆਧਾਰਿਤ ਹੈ। ਇਹ ਤਾਂ ਹੈ ਨਹੀਂ, ਇਹ ਤਾਂ ਹੋ ਨਹੀਂ ਸਕਦਾ ਕਿ ਕਦੇ ਕਦੇ ਆਧਾਰਿਤ ਹੋ ਸਕਦਾ, ਕਦੇ ਕਦੇ ਨਹੀਂ ਹੋ ਸਕਦਾ, ਤਾਂ ਹਮੇਸ਼ਾ ਹੀ ਹੋਊਗਾ, ਠੀਕ ਹੈ ਜੀ। ਤਾਂ ਆਲਵੇਜ਼ ਇਹਦਾ ਆਨਸਰ ਆਊਗਾ। ਇਹ ਤੁਸੀਂ ਚੰਗੀ ਤਰ੍ਹਾਂ ਕਰਕੇ ਆਉਣਾ ਪੇਪਰ ਦੇ ਵਿੱਚ, ਠੀਕ ਹੈ ਜੀ, ਤੁਹਾਨੂੰ ਪੁੱਛਿਆ ਜਾਊਗਾ। ਬਹੁਤ ਵਾਰ ਇਹ ਪੁੱਛਿਆ ਗਿਆ PSTET ਦੇ ਵਿੱਚ। ਅਗਲਾ ਜਿਹੜਾ ਪੁਆਇੰਟ ਹੈ, ਦੀ ਕਰੈਕਟ ਵਰਡ ਆਰਡਰ ਇਨ ਸੈਂਟੈਂਸ, ਵਾਕ ਵਿੱਚ ਸ਼ਬਦਾਂ ਦੀ ਸਹੀ ਤਰਤੀਬ। ਇਹਦਾ ਕੀ ਮਤਲਬ ਆ? ਸ਼ਬਦਾਂ ਦੀ ਸਹੀ ਤਰਤੀਬ ਦਾ ਮਤਲਬ ਹੁੰਦਾ, ਜਿਵੇਂ ਇੰਗਲਿਸ਼ ਦੇ ਵਿੱਚ ਹੁੰਦਾ ਸਬਜੈਕਟ, ਠੀਕ ਹੈ ਜੀ, ਫਿਰ ਹੈਲਪਿੰਗ ਵਰਬ ਹੁੰਦਾ, ਫਿਰ ਵਰਬ ਹੁੰਦਾ, ਠੀਕ ਹੈ ਜੀ, ਫਿਰ ਆਬਜੈਕਟ ਹੁੰਦਾ।
ਇਸ ਤਰ੍ਹਾਂ ਇੱਕ ਵਾਕ ਬਣ ਜਾਂਦਾ, ਠੀਕ ਹੈ ਜੀ। ਤੇ ਇਹ ਇੱਕ ਤਰਤੀਬ ਹੈ, ਇਹ ਤਰਤੀਬ ਨੂੰ ਆਪਾਂ ਕੀ ਕਹਿੰਦੇ ਹਾਂ, ਇਹਨੂੰ ਆਪਾਂ ਸਿੰਟੈਕਸ ਕਹਿੰਦੇ ਹਾਂ, ਇਹ ਤੁਸੀਂ ਯਾਦ ਰੱਖਣਾ, ਇਹਨੂੰ ਸਿੰਟੈਕਸ ਕਿਹਾ ਜਾਂਦਾ, ਠੀਕ ਹੈ ਜੀ। ਤਾਂ ਕਰੈਕਟ ਵਰਡ ਆਰਡਰ, ਸਿੰਟੈਕਸ ਕਿਹਨੂੰ ਕਹਿੰਦੇ ਨੇ, ਜਿਹੜਾ ਆਰਡਰ ਹੁੰਦਾ ਜਿਹਦੇ ਨਾਲ ਇੱਕ ਵਾਕ ਬਣਦਾ ਹੈਗਾ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਪੁਆਇੰਟ ਹੈ, ਮੋਰਲ ਡਿਵੈਲਪਮੈਂਟ ਕਿਹਦੇ ਨਾਲ ਰਿਲੇਟਡ ਹੈ, ਨੈਤਿਕ ਵਿਕਾਸ ਦੀ ਗੱਲ ਕਿਹਨੇ ਕੀਤੀ ਹੈ, ਕੋਹਲਬਰਗ ਨੇ ਕੀਤੀ ਹੈ, ਠੀਕ ਹੈ ਜੀ। ਤੇ ਇਹ ਹੋਰ ਵੀ ਆਪਾਂ ਟਰਮਸ ਆਪਾਂ ਲੈ ਕੇ ਆਵਾਂਗੇ ਜਿੰਨੀਆਂ ਕਿ ਤੁਹਾਡੀਆਂ ਰਹਿ ਗਈਆਂ, ਠੀਕ ਹੈ ਜੀ, ਅਗਲੇ 2 ਕਲਾਸਿਸ ਦੇ ਵਿੱਚ। ਤਾਂ ਇਹ ਨੈਤਿਕ ਵਿਕਾਸ ਹੈ ਜਿਹੜਾ ਉਹ ਕੋਹਲਬਰਗ ਦੁਆਰਾ ਇਹਦੀ ਧਾਰਨਾ ਦਿੱਤੀ ਹੋਈ ਹੈ। ਟਰਨ ਟੇਕਿੰਗ ਇਨ ਕਨਵਰਸੇਸ਼ਨ, ਗੱਲਬਾਤ ਵਿੱਚ ਵਾਰੀ ਲੈਣਾ, ਇਹਦਾ ਕੀ ਮਤਲਬ ਹੈ, ਇਹਨੂੰ ਪ੍ਰੈਗਮੈਟਿਕਸ ਕਹਿੰਦੇ ਨੇ, ਪ੍ਰੈਗਮੈਟਿਕਸ ਕਹਿੰਦੇ ਨੇ ਇਹਨੂੰ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਪ੍ਰੈਗਮੈਟਿਕਸ ਤੁਹਾਨੂੰ ਇੱਕ ਟਰਮ ਆਉਂਦੀ ਹੁੰਦੀ ਹੈ ਪ੍ਰੈਗਮੈਟਿਕਸ, ਸਿੰਟੈਕਸ ਪ੍ਰੈਗਮੈਟਿਕਸ, ਠੀਕ ਹੈ ਜੀ। ਫੋਨੀਮ, ਮੋਰਫੀਮ, ਇਹ ਸਾਰਾ ਕੁਛ ਤੁਹਾਨੂੰ ਪਤਾ ਹੋਣਾ ਚਾਹੀਦਾ। ਜਿਹੜੀ ਸਾਊਂਡ ਦੀ ਸਭ ਤੋਂ ਛੋਟੀ ਇਕਾਈ ਜਿਹਨੂੰ ਆਪਾਂ ਕਹਿੰਦੇ ਹਾਂ ਉਹਨੂੰ ਫੋਨੀਮ ਕਹਿੰਦੇ ਆ, ਅਤੇ ਅਰਥ ਦੀ ਸਭ ਤੋਂ ਜਿਹੜੀ ਛੋਟੀ ਇਕਾਈ ਆ ਉਹ ਹੈ ਮੋਰਫੀਮ, ਠੀਕ ਹੈ ਜੀ। ਉਹ ਆਪਾਂ ਪਿਛਲੀ ਕਲਾਸ ਦੇ ਵਿੱਚ ਵੀ ਕਰਕੇ ਆਏ ਹਾਂ। ਤਾਂ ਟਰਨ ਟੇਕਿੰਗ ਹੈ, ਮੰਨ ਲਓ ਆਪਾਂ ਗੱਲਬਾਤ ਕਰ ਰਹੇ ਹਾਂ, ਠੀਕ ਹੈ, ਦੋ ਜਣ ਆਪਾਂ ਗੱਲਬਾਤ ਕਰ ਰਹੇ ਹਾਂ, ਅਤੇ ਮਤਲਬ ਜਦੋਂ ਤੁਸੀਂ ਗੱਲ ਕਹੀ ਅਤੇ ਮੈਂ ਤੁਹਾਡੀ ਗੱਲ ਸੁਣੀ, ਤਾਂ ਮੈਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਗੱਲ ਉਸ ਤੋਂ ਬਾਅਦ ਕਦੋਂ ਕਰਨੀ ਹੈ। ਤਾਂ ਇਹ ਵਾਰੀ ਲੈਣ ਦੀ ਜਿਹੜੀ ਮੈਨੂੰ ਤਰਕੀਬ ਹੈ, ਮਤਲਬ ਇਹ ਮੈਨੂੰ ਪਤਾ ਹੈ ਕਿ ਮੈਂ ਕਦੋਂ ਗੱਲ ਕਰਨੀ ਹੈ, ਇਹਨੂੰ ਕੀ ਕਿਹਾ ਜਾਂਦਾ, ਇਹਨੂੰ ਪ੍ਰੈਗਮੈਟਿਕਸ ਕਿਹਾ ਜਾਂਦਾ, ਠੀਕ ਹੈ ਜੀ। ਟਰਨ ਟੇਕਿੰਗ ਮਤਲਬ ਮੇਰੀ ਵਾਰੀ ਕਦੋਂ ਆਉਣੀ ਹੈ, ਮੈਂ ਇਸ ਤੋਂ ਬਾਅਦ ਗੱਲ ਕਦੋਂ ਕਹਿਣੀ ਹੈ, ਜੇ ਮੈਨੂੰ ਇਹ ਚੀਜ਼ ਦੀ ਨੌਲੇਜ ਹੈ ਤਾਂ ਮੈਨੂੰ ਪ੍ਰੈਗਮੈਟਿਕਸ ਦੀ ਨੌਲੇਜ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਇਹਨੂੰ ਪ੍ਰੈਗਮੈਟਿਕਸ ਕਿਹਾ ਜਾਂਦਾ ਹੈ। ਇੱਕ ਤੁਹਾਨੂੰ ਫੁੱਲ ਫਾਰਮ ਵੀ ਇਹ ਕਈ ਵਾਰੀ ਪੁੱਛੀ ਗਈ ਹੈ, ਇਨਕਲੂਸਿਵ ਲਰਨਿੰਗ ਫਰੈਂਡਲੀ ਇਨਵਾਇਰਨਮੈਂਟ, ਠੀਕ ਹੈ ਜੀ। ਇੱਥੇ ਮੈਂ ਤੁਹਾਨੂੰ ਬਹੁਤ ਕੁਛ ਦੇ ਦੇਣਗੇ, ਇੰਟੀਗ੍ਰੇਟਡ, ਠੀਕ ਹੈ ਜੀ। ਤਾਂ ਇਹਨੂੰ ਮਤਲਬ ਸ਼ਬਦਾਂ ਨੂੰ ਚੇਂਜ ਕਰ ਦਿੰਦੇ ਨੇ ਉਹ, ਇਹ ਤੁਸੀਂ ਇਹਦੀ ਐਗਜ਼ੈਕਟ ਫੁੱਲ ਫਾਰਮ ਯਾਦ ਰੱਖਣੀ ਹੈ, ILEF ਦੀ, ਇਨਕਲੂਸਿਵ ਲਰਨਿੰਗ ਫਰੈਂਡਲੀ ਇਨਵਾਇਰਨਮੈਂਟ, ਠੀਕ ਹੈ ਜੀ। ਇਹ ਤੁਹਾਨੂੰ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ, ਕਈ ਵਾਰ ਪੁੱਛੀ ਗਈ ਹੈ, ਠੀਕ ਹੈ ਜੀ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਪੁਆਇੰਟ ਹੈ ਉਹ ਹੈ ਇੰਟੈਲੀਜੈਂਸ ਇਜ਼ ਅ ਪ੍ਰਾਇਮਰੀ ਮੈਂਟਲ ਐਬਿਲਿਟੀ। ਇਹ ਕਿਹਨੇ ਕਿਹਾ, ਇਹ ਕਿਹਾ ਹੈਗਾ ਥਰਸਟਨ ਨੇ, ਠੀਕ ਹੈ ਜੀ। ਥਰਸਟਨ ਨੇ ਕਿਹਾ ਹੈਗਾ, ਕਹਿੰਦਾ ਜਿਹੜੀ ਆਪਣੀ ਬੁੱਧੀ ਹੈ ਉਹ ਇੱਕ ਪ੍ਰਾਇਮਰੀ ਮੈਂਟਲ ਐਬਿਲਿਟੀ ਹੈ, ਠੀਕ ਹੈ ਜੀ। ਪ੍ਰਾਇਮਰੀ ਮੈਂਟਲ ਐਬਿਲਿਟੀ ਹੈ ਉਹ, ਤਾਂ ਪ੍ਰਾਥਮਿਕ ਜਿਹਨੂੰ ਆਪਾਂ ਕਹਿੰਦੇ ਹਾਂ। ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਇਹ ਆਪਣੀ ਅੱਜ ਦੀ ਸੀਰੀਜ਼ ਹੈ ਜਿਹੜੀ ਉਹ ਪੂਰੀ ਕਰ ਦਿੱਤੀ ਹੈ, ਠੀਕ ਹੈ। ਜਿਹਨੂੰ 2-3 ਵਾਰ ਤੁਸੀਂ ਰਿਵਾਈਜ਼ ਜ਼ਰੂਰ ਕਰ ਲਿਓ। ਇੱਕ ਫੈਕਟ ਹੈ ਜਿਹੜਾ ਤੁਹਾਡਾ ਬਹੁਤ ਇੰਪੋਰਟੈਂਟ ਹੈ, ਕਈ ਵਾਰ PSTET ਦੇ ਵਿੱਚ ਪੁੱਛਿਆ ਗਿਆ, ਠੀਕ ਹੈ ਜੀ, ਅੱਗੇ ਵੀ ਤੁਹਾਨੂੰ ਪੁੱਛਿਆ ਜਾਊਗਾ, ਤਾਂ ਇਹਨੂੰ ਚੰਗੀ ਤਰ੍ਹਾਂ ਤੁਸੀਂ ਯਾਦ ਕਰ ਲੈਣਾ, ਠੀਕ ਹੈ ਜੀ। ਤਾਂ ਜੇਕਰ ਵੀਡੀਓ ਤੁਹਾਨੂੰ ਚੰਗੀਆਂ ਲੱਗਦੀ ਤਾਂ ਇਹਨਾਂ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਲਾਈਕ ਕਰਨ ਦੇ ਨਾਲ ਤਾਂ ਸਾਨੂੰ ਐਪਰੀਸੀਏਸ਼ਨ ਮਿਲਦੀ ਹੈ, ਠੀਕ ਹੈ ਜੀ। ਅਤੇ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਿਉਂਕਿ ਜੇਕਰ ਤੁਸੀਂ PSTET ਤੋਂ ਇਲਾਵਾ ਹੋਰ ਵੀ ਪੇਪਰਾਂ ਦੀ ਤਿਆਰੀ ਕਰਨਾ ਚਾਹੁੰਦੇ ਹੋ, ਪੰਜਾਬ ਦੇ ਜਿੰਨੇ ਵੀ ਆਉਣ ਵਾਲੇ ਪੇਪਰ ਨੇ, ਪਟਵਾਰੀ, ਪੰਜਾਬ ਪੁਲਿਸ, PSSB ਕਲਰਕ, ਠੀਕ ਹੈ ਜੀ, ਜੋ ਵੀ ਹੋਵੇ, ਤਾਂ ਉਹ ਆਪਾਂ ਸਾਰਾ ਡਾਟਾ ਤੁਹਾਡੇ ਲਈ ਆਲਰੇਡੀ ਅਪਲੋਡਡ ਹੈ ਆਪਣੇ ਚੈਨਲ 'ਤੇ, ਅਤੇ ਅੱਗੇ ਵੀ ਬੈਚ ਹੈ ਜਿਹੜੇ ਉਹ ਆ ਰਹੇ ਨੇ, ਠੀਕ ਹੈ ਜੀ। ਤਾਂ ਉਹ ਤੁਸੀਂ ਆਪਣੇ ਚੈਨਲ ਦੇ ਨਾਲ ਜੁੜ ਸਕਦੇ ਹੋ ਅਤੇ ਵਧੀਆ ਤਰੀਕੇ ਦੀ ਤਿਆਰੀ ਕਰ ਸਕਦੇ ਹੋ, ਠੀਕ ਹੈ ਜੀ। ਇੱਕ ਫੈਕਟ ਜਿਹੜਾ ਆਪਾਂ ਲੈ ਕੇ ਆਉਂਦੇ ਹਾਂ, ਪੂਰਾ ਨਿਚੋੜ ਕੱਢ ਕੇ ਤੁਹਾਡੇ ਅੱਗੇ ਆਪਾਂ ਪੇਸ਼ ਕਰਦੇ ਹਾਂ, ਤੁਹਾਡਾ ਟਾਈਮ ਵੇਸਟ ਨਹੀਂ ਕਰਦੇ, ਠੀਕ ਹੈ ਜੀ। ਤਾਂ ਇਸ ਲਈ ਆਪਾਂ ਅੱਜ ਦੀ ਜਿਹੜੀ ਵੀਡੀਓ ਹੈ ਇਹਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ, ਠੀਕ ਹੈ ਜੀ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।